नाम नो सागर लहर संसार गुर बोहिथ पार ग्राम नो रहाओ काल कालख अंधियारिया गुर ज्ञान दीपक उजियारिया बिख बिखया पसरी अत कणी उबरे जप जप हर गुणी मतवारो माया सोया गुर भेटत भ्रम भव खोया कहो नानक एक ध्याया घट घट नदरी आया कहो नानक एक ध्याया घट घट नदरी आया। वाहिगुरु जी का खालसा वाहिगुरु जी की फतेह। हाजरा हजूर जहरा जहूर सर्ब कला भरपूर समर्थ सतगुरु गुरु ग्रंथ साहिब सच्चे पातशाह जियां दी पावन पवित्र मुकद्दस हजूरी विच जुड़ बैठ ਅਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਘਰਾਂ ਵਿੱਚ ਬੈਠ ਕਰਕੇ ਫਤਿਹ ਟੀਵੀ ਦੇ ਦੁਆਰਾ ਸਿੱਧੇ ਪ੍ਰਸਾਰਣ ਰਾਹੀਂ ਪਾਵਨ ਅਸਥਾਨ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਇਥੋਂ ਪਵਿੱਤਰ ਬਾਣੀ ਦਾ ਕੀਰਤਨ ਸਰਵਨ ਕਰਕੇ ਵਡਭਾਗੇ ਬਣ ਰਹੇ ਗੁਰੂ ਸਵਾਰਿਓ, ਆਓ ਜਿੱਥੇ ਸਤਿਗੁਰਾਂ ਦੀ ਪਾਵਨ ਬਾਣੀ ਆਸਾ ਦੀ ਵਾਰ ਦੇ ਕੀਰਤਨ ਆਪ ਜੀ ਨੇ ਸਰਵਨ ਕੀਤੇ ਨੇ, ਇਸੇ ਤਰ੍ਹਾਂ ਬੜੇ ਹੀ ਪਿਆਰ ਸਤਿਕਾਰ ਸਹਿਤ ਕੁਝ ਸਮਾਂ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜਨ ਦਾ ਯਤਨ ਕਰੀਏ। ਵਿਚਾਰ ਅਧੀਨ ਪਾਵਨ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਆਓ ਸ਼ਬਦ ਦੇ ਭਾਵ ਅਰਥਾਂ ਨੂੰ ਸਾਂਝੇ ਕਰਨ ਤੋਂ ਪਹਿਲਾਂ ਸਾਰੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਹੋਇਆ ਸਾਰੇ ਰਸਨਾ ਪਵਿੱਤਰ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਮੁਬਾਰਕ ਸ਼ਬਦ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 210 ਦੇ ਉੱਪਰ ਸੁਭਾਇਮਾਨ ਹੈ। ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਵਚਨ ਗੌੜੀ ਮਹਿਲਾ ਪੰਜਵਾਂ। ਮਨ ਧਰ ਤਰਬੇ ਹਰ ਨਾਮ ਨੋ ਸਾਗਰ ਲਹਿਰ ਸੰਸਾਰ ਗੁਰ ਬੋਹਿਥ ਪਾਰ ਗ੍ਰਾਮ ਨੋ ਰਹਾਓ।
ਇਸ ਪਾਵਨ ਸ਼ਬਦ ਦੇ ਅੰਦਰ ਕਿਰਪਾਲੂ ਸਤਿਗੁਰੂ ਜੀ ਇਸ ਜੀਵ ਨੂੰ ਭਵਜਲ ਸਾਗਰ ਤੋਂ ਪਾਰ ਹੋਣ ਦੀ ਜੁਗਤ ਜਿਹੜੀ ਹੈ ਉਹ ਸਮਝਾ ਰਹੇ ਨੇ। ਪਵਿੱਤਰ ਬਾਣੀ ਦੇ ਅੰਦਰ ਇਸ ਸੰਸਾਰ ਦੇ ਪਰਥਾਏ ਬੇਅੰਤ ਸ਼ਬਦ ਮਹਾਰਾਜ ਨੇ ਵਰਤੇ ਨੇ। ਕਿਤੇ ਹਜੂਰ ਇਸ ਸੰਸਾਰ ਦੇ ਬਾਰੇ ਬਾਣੀ ਵਿੱਚ ਕਹਿੰਦੇ ਨੇ ਇਹ ਸੰਸਾਰ ਜਿਹੜਾ ਏ ਇਹ ਇੱਕ ਸਾਗਰ ਹੈ ਤੇ ਇਸ ਸਾਗਰ ਦੇ ਅੰਦਰ ਪਾਣੀ ਦੀ ਥਾਂ ਤੇ ਮਹਾਰਾਜ ਕਹਿਣ ਲੱਗੇ ਅੱਗ ਹੈ ਤੇ ਮੋਹ ਦਾ ਚਿੱਕੜ ਹੈ। ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਪੱਗ ਨਹੀਂ ਚਾਲੇ ਹਮ ਦੇਖਾ ਤਹਾਂ ਡੂਬੀਲੇ। ਕਿਤੇ ਇਸ ਸੰਸਾਰ ਦੇ ਬਾਰੇ ਸਮਝਾਉਂਦਿਆਂ ਸਤਿਗੁਰੂ ਨੇ ਕਿਰਪਾ ਕੀਤੀ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ। ਕਿਤੇ ਸੰਸਾਰ ਨੂੰ ਸੱਚੇ ਦੀ ਕੋਠੀ ਕਹਿੰਦੇ ਨੇ। ਕਿਤੇ ਮਹਾਰਾਜ ਨੇ ਸੰਸਾਰ ਦੇ ਬਾਰੇ ਇਹ ਬਚਨ ਵੀ ਉਚਾਰਨ ਕੀਤੇ ਨੇ ਕਿ ਇਹ ਤੇ ਬਹੁਤ ਸੋਹਣਾ ਬਾਗ ਹੈ। ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਇਹ ਤੇ ਬਹੁਤ ਸੋਹਣਾ ਬਾਗ ਹੈ ਸੰਸਾਰ। ਕਿਤੇ ਭਗਤਾਂ ਦੇ ਬਚਨ ਪੜ੍ਹੀਏ ਤੇ ਭਗਤ ਜੀ ਕਹਿੰਦੇ ਇਹ ਸੰਸਾਰ ਤੇ ਕਾਜਲ ਦੀ ਕੋਠੀ ਹੈ। ਇਹਦੇ ਵਿੱਚ ਜਿਹੜਾ ਵੀ ਵੜ ਜਾਂਦਾ ਹੈ ਉਹਨੂੰ ਕਾਲਖ ਲੱਗ ਜਾਂਦੀ ਮਾਇਆ ਦੀ। ਐਸੇ ਬਚਨ ਵੀ ਮਿਲਦੇ ਨੇ। ਮਹਾਰਾਜ ਨੇ ਵਾਰ-ਵਾਰ ਵੱਖ-ਵੱਖ ਉਦਾਹਰਨਾਂ ਦੇ ਰਾਹੀਂ ਸਮਝਾਉਣ ਦਾ ਯਤਨ ਕੀਤਾ ਹੈ। ਕਿਤੇ ਹਜੂਰ ਨੇ ਸੰਸਾਰ ਨੂੰ ਇੱਕ ਤਮਾਸ਼ਾ ਕਹਿ ਦਿੱਤਾ। ਕੀਆ ਖੇਲ ਵੱਡ ਮੇਲ ਤਮਾਸ਼ਾ ਵਾਹ ਗੁਰੂ ਤੇਰੀ ਸਭ ਰਚਨਾ। ਜਿਵੇਂ ਇੱਕ ਬਾਜ਼ੀਗਰ ਤਮਾਸ਼ਾ ਵਿਖਾਉਂਦਾ ਹੈ ਉਸੇ ਤਰ੍ਹਾਂ ਹੀ ਕਹਿੰਦੇ ਇੱਕ ਬਾਜੀ ਇੱਕ ਖੇਡ ਹੈ ਜ਼ਿੰਦਗੀ ਦੀ। ਵੱਖ-ਵੱਖ ਤਰੀਕਿਆਂ ਦੇ ਨਾਲ ਇਸ ਸੰਸਾਰ ਦੇ ਬਾਰੇ ਮਹਾਰਾਜ ਨੇ ਸਾਨੂੰ ਸਮਝਾਇਆ ਹੈ। ਅੱਜ ਦੇ ਵਿਚਾਰ ਅਧੀਨ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਵੀ ਮਹਾਰਾਜ ਕਹਿੰਦੇ ਸੰਸਾਰ ਰੂਪੀ ਸਾਗਰ ਦੇ ਅੰਦਰ ਸੰਸਾ ਕਹਿੰਦੇ ਫਿਕਰ ਕਹਿੰਦੇ ਫਿਕਰਾਂ ਦੀਆਂ ਲਹਿਰਾਂ। ਹੁਣ ਸਾਗਰ ਦੇ ਵਿੱਚ ਤੁਸੀਂ ਵੇਖੋਗੇ ਸਾਗਰ ਦਾ ਪਾਣੀ ਕਦੇ ਵੀ ਸ਼ਾਂਤ ਨਹੀਂ ਹੁੰਦਾ, ਟਿਕ ਕੇ ਨਹੀਂ ਬਹਿੰਦਾ। ਲਹਿਰਾਂ ਜਿਹੜੀਆਂ ਨੇ ਚੱਲਦੀਆਂ ਰਹਿੰਦੀਆਂ ਨੇ ਤੇ ਕਈ ਵਾਰ ਤੇ ਲਹਿਰਾਂ ਬਹੁਤ ਵੱਡੀਆਂ ਨੇ। ਬੜੇ ਵੱਡੇ ਉਛਾਲੇ ਆ ਜਾਂਦੇ ਸਮੁੰਦਰ ਦੇ ਅੰਦਰ। ਉਹਨਾਂ ਉਛਾਲਿਆਂ ਦੇ ਕਰਕੇ ਕੰਢਿਆਂ ਤੇ ਵਸਣ ਵਾਲੇ ਲੋਕ ਜਿਹੜੇ ਨੇ ਉਹਨਾਂ ਦੇ ਘਰ ਘਾਟ ਵੀ ਡੁੱਬ ਜਾਂਦੇ ਨੇ। ਇਸੇ ਤਰ੍ਹਾਂ ਹਜੂਰ ਨੇ ਆਖਿਆ ਸੰਸਾਰ ਰੂਪੀ ਸਾਗਰ ਦੇ ਅੰਦਰ ਵੀ ਲਹਿਰਾਂ ਜਿਹੜੀਆਂ ਨੇ ਉਹ ਚੱਲ ਰਹੀਆਂ, ਪਰ ਇੱਥੇ ਲਹਿਰਾਂ ਕਾਹਦੀਆਂ ਨੇ? ਸੰਸਾ ਫਿਕਰ ਦੀਆਂ ਲਹਿਰਾਂ। ਮਹਾਰਾਜ ਨੇ ਕਿਰਪਾ ਕੀਤੀ ਸਾਗਰ ਲਹਿਰ ਸੰਸਾ ਸੰਸਾਰ ਕਹਿੰਦੇ ਫਿਕਰਾਂ ਦੀਆਂ ਲਹਿਰਾਂ ਇਸ ਸਾਗਰ ਦੇ ਵਿੱਚ ਨੇ, ਸੰਸਾਰ ਰੂਪੀ ਸਾਗਰ ਦੇ ਅੰਦਰ। ਤੇ ਸੱਚਮੁੱਚ ਆਪਾਂ ਵੇਖੀਏ ਬੰਦੇ ਦੀ ਜ਼ਿੰਦਗੀ ਵਿੱਚ ਫਿਕਰ ਜਿਹੜੇ ਨੇ ਕਦੇ ਮੁੱਕਦੇ ਹੀ ਨਹੀਂ। ਪਹਿਲਾਂ ਇਸ ਚੀਜ਼ ਦਾ ਫਿਕਰ ਸੀ, ਇਹ ਚੀਜ਼ ਮਿਲ ਗਈ, ਹੁਣ ਕਿਸੇ ਹੋਰ ਚੀਜ਼ ਦਾ ਫਿਕਰ ਪੈ ਗਿਆ ਹੈ। ਇਹ ਫਿਕਰਾਂ ਦੇ ਵਿੱਚ ਹੀ ਬੰਦਾ ਰਹਿੰਦਾ ਹੈ। ਜਦੋਂ ਬੰਦਾ ਪੈਦਾ ਹੋਇਆ ਤੇ ਆਪਣੇ ਆਪ ਦਾ ਫਿਕਰ ਕਰਦਾ ਹੈ, ਫਿਰ ਆਪਣੇ ਆਪ ਤੋਂ ਬਾਅਦ ਆਪਣੇ ਬੱਚਿਆਂ ਦਾ ਫਿਕਰ ਕਰਨ ਲੱਗ ਪਿਆ। ਬੱਚਿਆਂ ਦੇ ਫਿਕਰ ਤੋਂ ਬਾਅਦ ਫਿਰ ਬੱਚਿਆਂ ਦੇ ਬੱਚਿਆਂ ਦਾ ਫਿਕਰ ਕਰੀ ਜਾਂਦਾ ਹੈ। ਇਹ ਫਿਕਰ ਕਦੇ ਵੀ ਮੁੱਕਦੇ ਨਹੀਂ। ਤੇ ਹਜੂਰ ਕਹਿੰਦੇ ਲਹਿਰਾਂ, ਇਹਨਾਂ ਲਹਿਰਾਂ ਦੇ ਵਿੱਚ ਹੀ ਬੰਦਾ ਡੁੱਬ ਰਿਹਾ ਏ। ਤੇ ਸਤਿਗੁਰੂ ਨੇ ਕਿਰਪਾ ਕੀਤੀ, ਕਹਿੰਦੇ ਜੇ ਤੂੰ ਇਹਨਾਂ ਲਹਿਰਾਂ ਦੇ ਵਿੱਚ ਚਾਹੁੰਦਾ ਤੈਨੂੰ ਕੋਈ ਆਸਰਾ ਮਿਲੇ, ਸਹਾਰਾ ਮਿਲੇ, ਤਾਂ ਇੱਕੋ ਇੱਕ ਆਸਰਾ ਹੈ, ਮਨ ਧਰ ਤਰਬੇ ਹਰ ਨਾਮ ਨੋ। ਧਰ ਦਾ ਅਰਥ ਹੈ ਆਸਰਾ, ਤਰਬੇ ਦਾ ਅਰਥ ਤਰਨ ਲਈ। ਹੇ ਮੇਰੇ ਮਨ, ਇਸ ਸੰਸਾਰ ਭਵਜਲ ਨੂੰ ਤਰਨ ਵਾਸਤੇ ਜਿੱਥੇ ਸੰਸੇ ਫਿਕਰਾਂ ਦੀਆਂ ਲਹਿਰਾਂ ਵਿਆਪ ਰਹੀਆਂ ਨੇ
ਕਹਿੰਦੇ ਇੱਕ ਪਰਮੇਸ਼ਰ ਦਾ ਨਾਮ ਹੀ ਤੇਰਾ ਆਸਰਾ ਬਣ ਸਕਦਾ, ਹੋਰ ਕੋਈ ਚੀਜ਼ ਤੇਰਾ ਸਹਾਰਾ ਨਹੀਂ ਬਣ ਸਕਦੀ। ਤੇ ਸੰਸਾਰ ਭਵਜਲ ਨੂੰ ਤਰਨ ਦੇ ਲਈ ਗੁਰ ਬੋਹਿਥ ਪਾਰ ਗਰਾਮਨੋ, ਕਹਿੰਦੇ ਗੁਰੂ ਰੂਪ ਜਹਾਜ਼ ਦੇ ਵਿੱਚ ਤੂੰ ਸਵਾਰ ਹੋ ਕੇ ਇਸ ਭਵਜਲ ਨੂੰ ਪਾਰ ਕਰ ਸਕਦਾ ਹੈ। ਗੁਰੂ ਜਹਾਜ਼ ਹੈ ਤੇ ਜਿਹੜੇ ਇਹਦੇ ਵਿੱਚ ਸਵਾਰ ਹੋ ਜਾਂਦੇ ਨੇ ਗੁਰੂ ਰੂਪ ਜਹਾਜ਼ ਵਿੱਚ, ਗੁਰੂ ਰੂਪ ਬੇੜੇ ਦੇ ਅੰਦਰ, ਉਹ ਮਹਾਰਾਜ ਕਹਿੰਦੇ ਸੰਸਾਰ ਤੋਂ ਪਾਰ ਹੁੰਦੇ ਨੇ। ਇਸ ਕਰਕੇ ਭੱਟਾਂ ਨੇ ਆਪਣੀ ਬਾਣੀ ਦੇ ਵਿੱਚ ਇਹ ਬਚਨ ਸਪਸ਼ਟ ਲਿਖ ਦਿੱਤੇ, ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਓ ਨਾ ਕੋਏ, ਹਮ ਦੇਖਾ ਤਹਾਂ ਡੂਬੀ ਅਲੇ। ਕਹਿੰਦੇ ਗੁਰੂ ਤੋਂ ਬਿਨਾਂ ਕੋਈ ਤਰ ਨਹੀਂ ਸਕਦਾ। ਲੋਕ ਡੁੱਬ ਰਹੇ ਨੇ ਤੇ ਡੁੱਬਦੇ ਹੋਏ ਬੰਦੇ ਜੇਕਰ ਗੁਰੂ ਨੂੰ ਆਵਾਜ਼ਾਂ ਮਾਰਨ ਤੇ ਗੁਰੂ ਉਹਨਾਂ ਦੀ ਬਾਂਹ ਫੜ ਲੈਂਦਾ ਹੈ। ਜੇ ਕੋ ਡੂਬੈ ਫਿਰ ਹੋਵੇ ਸਾਰ, ਕਹਿੰਦੇ ਜੇ ਕੋ ਡੁੱਬਦਾ ਹੋਇਆ ਵੀ ਬੇਨਤੀ ਕਰੇ, ਪੁਕਾਰ ਕਰੇ ਤੇ ਸਮਰੱਥ ਸਤਿਗੁਰੂ ਦੀ ਬਾਂਹ ਫੜ ਲੈਂਦਾ ਹੈ, ਉਹਨੂੰ ਪਾਰ ਕਰ ਦਿੰਦਾ ਭਵਜਲ ਤੋਂ। ਇਸ ਵਾਸਤੇ ਗੁਰੂ ਰੂਪ ਜਹਾਜ਼, ਗੁਰੂ ਰੂਪ ਬੇੜੇ ਦੇ ਵਿੱਚ ਸਵਾਰ ਹੋਏਗਾ ਤੇ ਭਵਜਲ ਤੋਂ ਪਾਰ ਹੋਏਗਾ। ਪਵਿੱਤਰ ਬਾਣੀ ਦੇ ਬੜੇ ਪਿਆਰੇ ਬਚਨ ਨੇ। ਗੁਰੂ ਬੇੜਾ ਹੈ ਤੇ ਇਸ ਬੇੜੇ ਦੇ ਵਿੱਚ ਸਵਾਰ ਕਿਵੇਂ ਹੋਈਏ? ਮਹਾਰਾਜ ਨੇ ਬੜੀ ਕਿਰਪਾ ਕੀਤੀ। ਸਤਿਗੁਰ ਬੋਹਿਥ ਹਰ ਨਾਮ ਹੈ, ਕਹਿੰਦੇ ਸਤਿਗੁਰੂ ਬੋਹਿਥਾ ਹੈ, ਬੇੜਾ ਹੈ। ਪਰ ਇਸ ਬੇੜੇ ਵਿੱਚ ਸਵਾਰ ਕਿਵੇਂ ਹੋਣਾ ਹੈ? ਕਿਉਂਕਿ ਹਰ ਇੱਕ ਗੱਲ ਦੀ ਜੁਗਤ ਹੈ। ਸਤਿਗੁਰ ਬੋਹਿਥ ਹਰ ਨਾਵ ਹੈ, ਕਿਤ ਬਿਦ ਚੜਿਆ ਜਾਏ। ਕਹਿੰਦੇ ਇਹ ਤਾਂ ਸਮਝ ਆ ਗਈ ਕਿ ਗੁਰੂ ਬੇੜਾ ਹੈ, ਜਹਾਜ਼ ਹੈ, ਪਰ ਇਸ ਬੇੜੇ ਤੇ ਸਵਾਰ ਕਿਵੇਂ ਹੋਈਏ? ਭਵਜਲ ਤੋਂ ਪਾਰ ਲੰਘਣਾ ਹੈ। ਸਤਿਗੁਰ ਬੋਹਿਥ ਹਰ ਨਾਵ ਹੈ, ਕਿਤ ਬਿਦ ਚੜਿਆ ਜਾਏ। ਸਤਿਗੁਰ ਕੇ ਭਾਣੇ ਜੋ ਚੱਲੇ ਵਿੱਚ ਬੋਹਿਥ ਬੈਠਾ ਆਏ। ਕਹਿੰਦੇ ਜੇ ਸੱਜਣਾ ਬੇੜੇ 'ਚ ਸਵਾਰ ਹੋਣਾ ਹੀ ਨਾ ਤੇ ਜੁਗਤ ਦੱਸੀ, ਜਿਹੜੇ ਸਤਿਗੁਰੂ ਦੇ ਭਾਣੇ ਵਿੱਚ ਚੱਲਦੇ ਨੇ, ਸਤਿਗੁਰੂ ਦੇ ਭੈ ਵਿੱਚ ਰਹਿੰਦੇ ਨੇ, ਉਹ ਸਤਿਗੁਰੂ ਰੂਪੀ ਬੇੜੇ ਦੇ ਵਿੱਚ ਸਵਾਰ ਹੋ ਜਾਂਦੇ ਨੇ। ਸਤਿਗੁਰ ਕੇ ਭਾਣੇ ਜੋ ਚੱਲੇ ਵਿੱਚ ਬੋਹਿਥ ਬੈਠਾ ਆਏ। ਤੇ ਜਿਹੜਾ ਬੰਦਾ ਬੋਹਿਥ ਵਿੱਚ ਬੇੜੇ ਵਿੱਚ ਸਵਾਰ ਹੋ ਗਿਆ, ਉਹਨੂੰ ਫਿਰ ਕੋਈ ਖਤਰਾ ਨਹੀਂ। ਉਹਦੀ ਜ਼ਿੰਮੇਵਾਰੀ ਫਿਰ ਗੁਰੂ ਦੀ ਹੈ, ਉਹਨੂੰ ਪਾਰ ਲਾਉਣਾ ਫਿਰ ਗੁਰੂ ਦੀ ਜ਼ਿੰਮੇਵਾਰੀ ਹੈ। ਤੇ ਗੁਰੂ ਆਪ ਵੀ ਤਰ ਜਾਂਦਾ ਹੈ ਤੇ ਜਿਹੜੇ ਸਵਾਰ ਹੋ ਗਏ ਉਹਨਾਂ ਨੂੰ ਵੀ ਤਾਰ ਦਿੰਦਾ ਹੈ। ਮੰਨੈ ਤਰੈ ਤਾਰੇ ਗੁਰ ਸਿੱਖ, ਗੁਰੂ ਆਪ ਵੀ ਭਵਜਲ ਤੋਂ ਪਾਰ ਹੁੰਦਾ। ਤੇ ਜਿਹੜੇ ਗੁਰੂ ਰੂਪ ਬੇੜੇ ਵਿੱਚ ਸਵਾਰ ਹੋ ਗਏ ਉਹ ਵੀ ਭਵਜਲ ਤੋਂ ਪਾਰ ਹੁੰਦੇ ਨੇ। ਪਰ ਮੈਂ ਬੇਨਤੀ ਕਰਾਂ, ਅਗਿਆਨਤਾ ਵਸ ਮਨੁੱਖ ਉਹਨਾਂ ਦੇ ਕੋਲ ਚਲਿਆ ਜਾਂਦਾ ਜਿਨ੍ਹਾਂ ਨੂੰ ਆਪ ਹੀ ਤਰਨਾ ਨਹੀਂ ਆਉਂਦਾ। ਸ਼ਲੋਕ 12 ਤੇ ਵਧੀਕ ਦੇ ਅੰਦਰ ਬੜੇ ਪਿਆਰੇ ਬਚਨ ਮਹਾਰਾਜ ਦੇ। ਹਜੂਰ ਨੇ ਆਖਿਆ, ਜੇ ਤੂੰ ਸੰਸਾਰ ਦੀਆਂ ਲਹਿਰਾਂ ਨੂੰ ਪਾਰ ਕਰਨਾ ਚਾਹੁੰਦਾ ਹੈ, ਜੇ ਤੂੰ ਸਾਗਰ ਦੇ ਪਾਣੀਆਂ ਦਾ ਤਾਰੂ ਬਣਨਾ ਚਾਹੁੰਦਾ ਹੈ, ਤਾਂ ਇੱਕ ਗੱਲ ਦਾ ਖਿਆਲ ਰੱਖੀ, ਉਹਨਾਂ ਨੂੰ ਜਾ ਕੇ ਪੁੱਛੀ ਜਿਨ੍ਹਾਂ ਨੂੰ ਸਾਗਰ ਦੀਆਂ ਲਹਿਰਾਂ ਦੇ ਵਿੱਚ ਤਰਨ ਦੀ ਜਾਚ ਆਉਂਦੀ ਹੈ। ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕਲ, ਕਹਿੰਦੇ ਉਹਨਾਂ ਨੂੰ ਜਾ ਕੇ ਪੁੱਛੀ ਜਿਹੜੇ ਸਾਗਰ ਦੀਆਂ ਲਹਿਰਾਂ ਵਿੱਚ ਤਰਨਾ ਜਾਣਦੇ ਨੇ। ਤਾਹੂ ਖਰੇ ਸੁਜਾਨ ਵੰਝਾਂ ਇੰਨੀ ਕਪਰੀ, ਕਹਿੰਦੇ ਜਿਹੜੇ ਸੰਸਾਰ ਸਾਗਰ ਦੀਆਂ ਲਹਿਰਾਂ ਵਿੱਚ ਤਰਨਾ ਜਾਣਦੇ ਨੇ ਉਹਨਾਂ ਨੂੰ ਜਾ ਕੇ ਪੁੱਛੀ, ਉਹ ਤੈਨੂੰ ਦੱਸਣਗੇ ਜੁਗਤੀ। ਤੇ ਉਹਨਾਂ ਵੱਲ ਵੇਖ ਕੇ ਤੂੰ ਵੀ ਇਸ ਭਵਜਲ ਸਾਗਰ ਤੋਂ ਪਾਰ ਹੋ ਜਾਏਗਾ। ਪਰ ਹੈਰਾਨੀ ਦੀ ਹੱਦ ਤਾਂ ਇਹ ਹੈ ਕਿ ਮਨੁੱਖ ਉਹਨਾਂ ਨੂੰ ਜਾ ਕੇ ਪੁੱਛ ਰਿਹਾ ਜਿਨ੍ਹਾਂ ਨੂੰ ਆਪ ਤਰਨਾ ਨਹੀਂ ਆਉਂਦਾ, ਜਿਹੜੇ ਆਪ ਡੁੱਬੇ ਹੋਏ ਨੇ। ਜਿਹੜਾ ਬੰਦਾ ਆਪ ਵਿਕਾਰਾਂ ਵਿੱਚ ਡੁੱਬਿਆ ਹੋਇਆ ਹੈ,
ਜਿਹਦੇ ਤੇ ਆਪ ਬਲਾਤਕਾਰ ਦੇ ਕਈ ਕੇਸ ਚੱਲ ਰਹੇ ਨੇ, ਉਹ ਤੁਹਾਡਾ ਜੀਵਨ ਕਦੋਂ ਸਵਾਰ ਸਕੇਗਾ? ਜਿਹੜਾ ਆਪ ਘਰੇਲੂ ਝਗੜਿਆਂ ਵਿੱਚ ਫਸਿਆ ਹੋਇਆ ਹੈ, ਤੁਸੀਂ ਉਹਦੇ ਕੋਲੋਂ ਜਾ ਕੇ ਆਖੋ ਜੀ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਹੋ ਜਾਏ। ਜਿਹੜਾ ਆਪ ਫਸਿਆ ਹੋਇਆ ਹੈ ਉਹ ਤੁਹਾਨੂੰ ਕਿਵੇਂ ਸੁੱਖ ਸ਼ਾਂਤੀ ਦੇਵੇਗਾ? ਤੇ ਮਹਾਰਾਜ ਦੇ ਬਚਨ ਨੇ, ਕਹਿੰਦੇ ਜਿਨ੍ਹਾਂ ਦਾ ਗੁਰੂ ਅੰਨਾ ਹੋਵੇ ਉਹ ਚੇਲੇ ਫਿਰ ਕਿਵੇਂ ਸਹੀ ਮਾਰਗ ਤੇ ਚੱਲ ਸਕਦੇ ਨੇ। ਇਸ ਕਰਕੇ ਆਖਿਆ ਜੇ ਤੂੰ ਪਾਰ ਹੋਣਾ ਹੈ ਤਾਂ ਉਹਨਾਂ ਨੂੰ ਪੁੱਛੀ ਜਿਹੜੇ ਲਹਿਰਾਂ ਵਿੱਚ ਤਰਨਾ ਜਾਣਦੇ ਨੇ, ਕਿਉਂਕਿ ਲਹਿਰਾਂ ਬੜੀਆਂ ਭਿਆਨਕ ਚੱਲ ਰਹੀਆਂ ਨੇ। ਚੜ ਝੱਖੜ ਉਹਾੜ, ਕਹਿੰਦੇ ਝੜੀ ਲੱਗੀ ਹੋਈ ਹੈ। ਹੁਣ ਤੇ ਬਾਰਿਸ਼ ਬਹੁਤ ਘੱਟ ਹੁੰਦੀ ਹੈ। ਪਹਿਲੇ ਸਮਿਆਂ ਦੇ ਵਿੱਚ ਕਈ ਦਿਨ 15 ਦਿਨ 20 ਦਿਨ ਮਹੀਨਾ ਬਾਰਿਸ਼ ਹੋਈ ਜਾਣੀ, ਉਹਨੂੰ ਕਹਿੰਦੇ ਝੜੀ ਲੱਗੀ ਹੋਈ ਹੈ। ਭਾਵ ਮੀਂਹ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ, ਹਰ ਪਾਸੇ ਪਾਣੀ ਹੋ ਜਾਣਾ। ਸਮੁੰਦਰ ਜਿਹੜੇ ਸੀ ਉਹਨਾਂ ਵਿੱਚ ਵੱਡੀਆਂ ਲਹਿਰਾਂ ਆਉਣੀਆਂ, ਹੜ੍ਹ ਆ ਜਾਣੇ। ਝੜ ਝੱਖੜ ਉਹਾੜ ਕਹਿੰਦੇ ਹੜ੍ਹ ਆਇਆ ਹੋਇਆ। ਲਹਿਰੀ ਵਹਿਣ ਲਖੇਸਰੀ, ਕਹਿੰਦੇ ਬਹੁਤ ਵੱਡੀਆਂ ਲੱਖਾਂ ਲਹਿਰਾਂ ਪੈਦਾ ਹੋ ਰਹੀਆਂ ਨੇ। ਸਤਿਗੁਰ ਸਿਉ ਅਲਾਏ ਬੇੜੇ ਡੁੱਬਣ ਨਾਹੇ ਭਉ, ਪਰ ਇਹਨਾਂ ਲਹਿਰਾਂ ਦੇ ਅੰਦਰ ਜਿਨ੍ਹਾਂ ਨੇ ਗੁਰੂ ਨੂੰ ਆਵਾਜ਼ ਮਾਰੀ, ਹੈ ਸਤਿਗੁਰੂ ਕਿਰਪਾ ਕਰ, ਤੂੰ ਆਪ ਸਾਡੀ ਬਾਂਹ ਫੜ, ਆਪ ਸਾਨੂੰ ਭਵਜਲ ਤੋਂ ਪਾਰ ਲਾ। ਜਿਨ੍ਹਾਂ ਨੇ ਗੁਰੂ ਅੱਗੇ ਪੁਕਾਰ ਕੀਤੀ ਤੇ ਹਜੂਰ ਕਹਿੰਦੇ ਲੱਖਾਂ ਲਹਿਰਾਂ ਦੇ ਵਿੱਚ ਆਏ ਹੋਏ ਹੜ੍ਹ ਦੇ ਵਿੱਚ ਵੀ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ, ਉਹ ਭਵਜਲ ਤੋਂ ਸਹਿਜੇ ਪਾਰ ਹੋ ਜਾਣਗੇ। ਸਾਧ ਸੰਗਤ ਸਿੱਖ ਇਤਿਹਾਸ ਨੂੰ ਪੜ੍ਹੀਏ ਤੇ ਬੜੀ ਪਿਆਰੀ ਇੱਕ ਗਾਥਾ ਸਾਡੇ ਸਾਹਮਣੇ ਆਉਂਦੀ ਹੈ। ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਨੇ ਇੱਕ ਦਿਨ ਸਿੰਘਾਂ ਨੂੰ ਹੁਕਮ ਕੀਤਾ ਕਿ ਸਿੰਘੋ, ਅੱਜ ਆਪਾਂ ਸੈਰ ਕਰਨੀ ਹੈ ਤੇ ਸਤਲੁਜ ਦਰਿਆ ਦੇ ਪਰਲੇ ਬੰਨੇ ਜਾਣਾ ਹੈ। ਹੁਣ ਸਤਲੁਜ ਦਰਿਆ ਪਾਰ ਕਰਨਾ ਸੀ ਤੇ ਉਹਦੇ ਵਾਸਤੇ ਬੇੜੀਆਂ ਦੀ ਜ਼ਰੂਰਤ ਹੈ। ਬੇੜੀਆਂ ਵਿੱਚ ਚੜ੍ਹ ਕੇ ਪਾਰ ਹੋਏਗਾ। ਕਹਿੰਦੇ ਮਹਾਰਾਜ ਪਤਨ ਤੇ ਪਹੁੰਚ ਗਏ। ਜਿਵੇਂ ਲੋਕਾਂ ਨੂੰ ਖਬਰ ਮਿਲੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਬੇੜੀ ਵਿੱਚ ਬੈਠ ਕੇ ਸਤਲੁਜ ਦੇ ਪਰਲੇ ਬੰਨੇ ਜਾਣਗੇ ਸੈਰ ਕਰਨ ਦੇ ਲਈ, ਕਹਿੰਦੇ ਜਿਹੜੇ ਪਤਨ ਤੇ ਬੇੜੀਆਂ ਵਾਲੇ ਸਨ ਮਲਾਹ ਸਾਰੇ, ਉਹਨਾਂ ਨੇ ਆਪਣੀਆਂ ਬੇੜੀਆਂ ਸ਼ਿੰਗਾਰ ਕੇ ਪਤਨ ਤੇ ਲਿਆ ਕੇ ਖੜੀਆਂ ਕੀਤੀਆਂ। ਇਹਨਾਂ ਦੇ ਵਿੱਚ ਇੱਕ ਗਰੀਬ ਜਿਹਾ ਮਲਾਹ ਜਿਸ ਦਾ ਨਾਮ ਹੈ ਸੈਦਾ। ਭਾਈ ਸੈਦੇ ਨੂੰ ਪਤਾ ਲੱਗਾ ਇਹ ਵੀ ਬੇੜੀ ਲੈ ਕੇ ਆਇਆ। ਇਹ ਬੜਾ ਗਰੀਬ ਸੀ ਤੇ ਇਹਦੀ ਜਿਹੜੀ ਬੇੜੀ ਸੀ ਉਹ ਵੀ ਇੰਨੀ ਸੁੰਦਰ ਨਹੀਂ ਸੀ। ਜਿਨ੍ਹਾਂ ਦੀਆਂ ਬੇੜੀਆਂ ਨਵੀਆਂ ਸੋਹਣੀਆਂ ਸ਼ਿੰਗਾਰੀਆਂ ਹੋਈਆਂ, ਉਹ ਭਾਈ ਸੈਦੇ ਨੂੰ ਕਹਿਣ ਲੱਗੇ ਤੂੰ ਆਪਣੀ ਬੇੜੀ ਲੈ ਕੇ ਪਾਸੇ ਚਲਿਆ ਜਾ, ਇੱਥੇ ਨਾ ਖੜੀ ਕਰ, ਤੇਰੀ ਬੇੜੀ ਇੰਨੀ ਸੋਹਣੀ ਨਹੀਂ। ਸਤਿਗੁਰੂ ਆਉਣਗੇ ਤੇ ਸਾਡੀਆਂ ਬੇੜੀਆਂ ਵਿੱਚ ਬੈਠਣਗੇ, ਤੇਰੀ ਬੇੜੀ ਤੇ ਟੁੱਟੀ ਜਿਹੀ ਹੈ, ਇਹਦੇ ਵਿੱਚ ਸਤਿਗੁਰੂ ਨੇ ਨਹੀਂ ਬੈਠਣਾ, ਇਸ ਕਰਕੇ ਤੂੰ ਇਹਨੂੰ ਪਾਸੇ ਲੈ ਕੇ ਦੂਰ ਕਿਤੇ ਖੜਾ ਹੋ ਜਾ। ਕਹਿੰਦੇ ਈਰਖਾ ਦੇ ਵਿੱਚ ਉਹਨਾਂ ਭਰਿਆ ਹੋਇਆ ਨੇ ਜਦੋਂ ਭਾਈ ਸੈਦੇ ਨਾਲ ਇਹੋ ਜਿਹਾ ਵਿਹਾਰ ਕੀਤਾ ਤੇ ਭਾਈ ਸੈਦਾ ਆਪਣੀ ਬੇੜੀ ਨੂੰ ਪਤਨ ਤੋਂ ਥੋੜਾ ਜਿਹਾ ਦੂਰ ਖੜਾ ਕਰਕੇ ਤੇ ਬੈਠਾ ਹੈ ਤੇ ਮਨ ਦੇ ਅੰਦਰ ਭਾਵਨਾ ਬੜੀ ਹੈ। ਕਹਿਣ ਲੱਗਾ ਸਤਿਗੁਰੂ, ਮੈਂ ਗਰੀਬ ਆ, ਮੇਰੀ ਬੇੜੀ ਵੀ ਜਿਹੜੀ ਇੰਨੀ ਸੋਹਣੀ ਨਹੀਂ ਹੈ। ਜੇ ਮੇਰੇ ਕੋਲ ਵੀ ਬੜੀ ਸੋਹਣੀ ਬੇੜੀ ਹੁੰਦੀ ਮੈਂ ਵੀ ਉਹਨੂੰ ਸ਼ਿੰਗਾਰ ਕੇ ਲਿਆਉਂਦਾ। ਸਤਿਗੁਰੂ ਤੁਸੀਂ ਉਹਦੇ ਵਿੱਚ ਬੈਠਦੇ, ਮੈਂ ਤੁਹਾਡੇ ਦਰਸ਼ਨ ਕਰਦਾ, ਤੁਹਾਡੀ ਸੇਵਾ ਕਰਦਾ ਤੇ ਮੇਰਾ ਵੀ ਜਨਮ ਮਰਨ ਕੱਟਿਆ ਜਾਂਦਾ। ਇਸ ਭਾਵਨਾ ਦੇ ਨਾਲ ਭਾਈ ਸੈਦਾ ਪਤਨ ਤੋਂ ਥੋੜੀ ਦੂਰ ਖੜਾ ਹੋ ਕੇ ਮਨ ਦੇ ਵਿੱਚ ਫੁਰਨੇ ਬਣਾ ਰਿਹਾ ਹੈ, ਮਨ ਦੇ ਵਿੱਚ ਹੀ ਅਰਦਾਸਾਂ ਕਰੀ ਜਾਂਦਾ ਹੈ। ਕਹਿੰਦੇ ਜਦੋਂ ਸਤਿਗੁਰੂ ਜੀ ਪਤਨ ਤੇ ਆਏ ਤੇ ਆ ਕੇ ਮਹਾਰਾਜ ਨੇ ਵੇਖਿਆ ਬਹੁਤ ਸਾਰੇ ਮਲਾਹ ਬੇੜੀਆਂ ਨੂੰ ਸ਼ਿੰਗਾਰ ਕੇ ਖੜੇ ਹੋਏ ਨੇ। ਹਜੂਰ ਨੂੰ ਅਰਦਾਸਾਂ ਕਰਦੇ, ਮਹਾਰਾਜ ਆਓ ਬੇੜੀ ਵਿੱਚ ਚਰਨ ਪਾਓ, ਬੈਠੋ।
ਅਸੀਂ ਸੇਵਾ ਕਰਾਂਗੇ, ਤੁਹਾਨੂੰ ਲੈ ਕੇ ਜਾਵਾਂਗੇ ਸਤਲੁਜ ਦੇ ਪਰਲੇ ਪਾਸੇ। ਮਹਾਰਾਜ ਸਾਰੀਆਂ ਬੇੜੀਆਂ ਕੋਲੋਂ ਲੰਘਦੇ ਹੋਏ ਅੱਗੇ ਚਲੇ ਗਏ। ਜਦੋਂ ਨਜ਼ਰ ਮਾਰੀ ਤੇ ਬਹੁਤ ਦੂਰ ਸੈਦਾ ਮਲਾ ਆਪਣੀ ਬੇੜੀ ਲੈ ਕੇ ਖੜਾ ਹੋਇਆ, ਪੱਤਨ ਤੋਂ ਕਾਫੀ ਦੂਰ। ਤੇ ਮਹਾਰਾਜ ਇਹਨਾਂ ਬੇੜੀਆਂ ਵਾਲਿਆਂ ਕੋਲੋਂ ਲੰਘ ਕੇ ਤੇ ਸੈਦੇ ਵੱਲ ਨੂੰ ਹੋ ਤੁਰੇ। ਇਹ ਬੇੜੀਆਂ ਵਾਲੇ ਬੜੇ ਹੈਰਾਨ ਹੋਏ। ਤੇ ਜਦੋਂ ਸੈਦੇ ਨੇ ਵੇਖਿਆ ਸਤਿਗੁਰੂ ਨੂੰ ਆਉਂਦਿਆਂ, ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਸਾਧ ਸੰਗਤ, ਗੁਰੂ ਗਰੀਬ ਨਵਾਜ ਹੈ। ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਿਨ੍ਹਾਂ ਅੰਦਰ ਹਉਮੈ ਤੇ ਹੰਕਾਰ ਸੀ ਕਿ ਸਾਡੇ ਬੇੜੇ ਬੜੇ ਸੋਹਣੇ, ਸਤਿਗੁਰੂ ਸਾਡੇ ਬੇੜੇ ਵਿੱਚ ਹੀ ਬੈਠਣਗੇ। ਮਹਾਰਾਜ ਨੇ ਉਹਨਾਂ ਸਾਰਿਆਂ ਨੂੰ ਛੱਡ ਕੇ ਤੇ ਨਿਮਾਣੇ ਸਿੱਖ ਭਾਈ ਸੈਦੇ ਨੂੰ ਜਾ ਕੇ ਮਾਣ ਬਖਸ਼ਿਆ। ਹੁਣ ਸੈਦਾ ਮਲਾ ਜਦੋਂ ਗੁਰੂ ਨੂੰ ਆਉਂਦਿਆਂ ਵੇਖਿਆ, ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਭੱਜ ਕੇ ਚਰਨ ਫੜ ਲਿਆ, ਆਖਿਆ ਸਤਿਗੁਰੂ ਤੁਸੀਂ ਗਰੀਬ ਨਵਾਜੀ ਕੀਤੀ ਹੈ। ਮੈਂ ਤੇ ਬੜੀ ਤਾਂਘ ਲੈ ਕੇ ਆਇਆ ਸੀ ਕਿ ਤੁਸੀਂ ਮੇਰੇ ਬੇੜੇ ਵਿੱਚ ਬੈਠੋ, ਪਰ ਉਹਨਾਂ ਲੋਕਾਂ ਨੇ ਮੈਨੂੰ ਉੱਥੇ ਖੜਾ ਹੀ ਨਹੀਂ ਹੋਣ ਦਿੱਤਾ। ਕਹਿਣ ਲੱਗੇ ਤੇਰੀ ਬੇੜੀ ਇੰਨੀ ਵਧੀਆ ਨਹੀਂ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਸੈਦਿਆ, ਅਸੀਂ ਤੇਰੀ ਬੇੜੀ ਵਿੱਚ ਹੀ ਬਹਿ ਕੇ ਸਤਲੁਜ ਤੋਂ ਪਾਰ ਜਾਵਾਂਗੇ। ਸੈਦੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਤੇ ਹਜੂਰ ਬੇੜੀ ਵਿੱਚ ਸਵਾਰ ਹੋ ਗਏ। ਜਦੋਂ ਬੇੜੀ ਸਤਲੁਜ ਦਰਿਆ ਦੇ ਵਿਚਕਾਰ ਪਹੁੰਚੀ ਤੇ ਸੈਦੇ ਨੇ ਦੋ ਹੱਥਾਂ ਨਾਲ ਚੱਪੂ ਚਲਾਉਣ ਦੀ ਥਾਵੇਂ ਇੱਕ ਹੱਥ ਨਾਲ ਚੱਪੂ ਚਲਾਉਣ ਸ਼ੁਰੂ ਕਰ ਦਿੱਤਾ ਤੇ ਬੇੜੀ ਜਿਹੜੀ ਉਹ ਪਾਣੀ ਦੇ ਵਿੱਚ ਹੀ ਘੁਮਾਈ ਜਾਂਦਾ ਹੈ, ਕੰਢੇ ਤੇ ਲਾਉਂਦਾ ਨਹੀਂ। ਹਜੂਰ ਕਹਿਣ ਲੱਗੇ ਸੈਦਿਆ ਤੂੰ ਬੇੜੀ ਨੂੰ ਪਾਣੀ ਦੇ ਵਿੱਚ ਹੀ ਫੇਰੀ ਜਾਂਦਾ, ਕੰਢੇ ਤੇ ਨਹੀਂ ਲੈ ਕੇ ਜਾਂਦਾ। ਆਖਿਆ ਸਤਿਗੁਰੂ ਮੇਰੇ ਪੂਰਬਲੇ ਭਾਗ ਚੰਗੇ ਸੰਕਰਮ ਜਾਗੇ ਨੇ, ਅੱਜ ਤੁਸੀਂ ਗਰੀਬ ਨਵਾਜੀ ਕੀਤੀ, ਮੇਰੇ ਬੇੜੀ ਵਿੱਚ ਆ ਕੇ ਬੈਠੇ ਹੋ। ਮੈਂ ਨਹੀਂ ਚਾਹੁੰਦਾ ਕਿ ਮੈਂ ਤੁਹਾਨੂੰ ਕੰਢੇ ਤੇ ਲੈ ਕੇ ਜਾਵਾਂ, ਕੰਢੇ ਤੇ ਜਾ ਕੇ ਤੁਸੀਂ ਉੱਤਰ ਜਾਣਾ, ਚਲੇ ਜਾਣਾ ਏ। ਮੈਂ ਚਾਹੁੰਦਾ ਇਹਨਾਂ ਨੇਤਰਾਂ ਨਾਲ ਤੁਹਾਡੇ ਦਰਸ਼ਨ ਕਰਦਾ ਰਹਾਂ। ਏਡੀ ਭਾਵਨਾ ਸਿੱਖ ਦੀ। ਮਹਾਰਾਜ ਦਾ ਹੁਕਮ ਹੋਇਆ, ਭਾਈ ਸੈਦਾ ਬੇੜੀ ਨੂੰ ਕੰਢੇ ਤੇ ਲੈ ਕੇ ਗਿਆ। ਪਤਨ ਤੇ ਹਜੂਰ ਉਤਰੇ ਤੇ ਜਦੋਂ ਮਹਾਰਾਜ ਉਤਰੇ, ਸਤਿਗੁਰੂ ਪਾਤਸ਼ਾਹ ਭਾਈ ਸੈਦੇ ਨੂੰ ਕਿਰਾਇਆ ਦੇਣ ਲੱਗੇ, ਭਾੜਾ ਦੇਣ ਲੱਗੇ ਨੇ। ਭਾਈ ਸੈਦੇ ਨੇ ਮਨਾ ਕਰ ਦਿੱਤਾ, ਹੱਥ ਜੋੜੇ, ਆਖਿਆ ਸਤਿਗੁਰੂ ਮੈਂ ਕੁਝ ਨਹੀਂ ਲੈਣਾ। ਆਖਿਆ ਸੈਦਿਆ ਤੇਰੀ ਕਿਰਤ ਹੈ, ਤੂੰ ਮਲਾਹ ਹੈ, ਬੇੜੀ ਚਲਾ ਕੇ ਆਪਣੀ ਉਪਜੀਵਕਾ ਕਮਾਉਂਦਾ, ਤੇਰੀ ਕਿਰਤ ਹੈ, ਲੈ ਲਾ। ਭਾਈ ਸੈਦੇ ਨੇ ਫਿਰ ਹੱਥ ਜੋੜੇ, ਆਖਿਆ ਸਤਿਗੁਰੂ ਮੈਂ ਇਹ ਮਾਇਆ ਨਹੀਂ ਲੈਣੀ। ਤੇ ਸਤਿਗੁਰੂ ਤਰੁੱਠੇ, ਕਹਿਣ ਲੱਗੇ ਸੈਦਿਆ ਹੋਰ ਤੈਨੂੰ ਕੀ ਚਾਹੀਦਾ ਦੱਸ, ਜੋ ਵੀ ਤੈਨੂੰ ਚਾਹੀਦਾ ਮੰਗ ਲੈ, ਅਸੀਂ ਦੇਵਾਂਗੇ। ਤੇ ਸੈਦੇ ਨੇ ਹੱਥ ਜੋੜ ਕੇ ਇੱਕੋ ਹੀ ਬੇਨਤੀ ਕੀਤੀ, ਸਤਿਗੁਰੂ ਮੈਂ ਮਲਾਹ ਹਾਂ, ਜਿਵੇਂ ਮੈਂ ਤੁਹਾਨੂੰ ਇਸ ਬੇੜੀ ਵਿੱਚ ਬਿਠਾ ਕੇ ਸਾਗਰ ਤੋਂ ਸਤਲੁਜ ਤੋਂ ਪਾਰ ਲਿਆਂਦਾ, ਕੰਢੇ ਤੇ ਉਤਾਰਿਆ, ਲਿਆ ਕੇ ਪਾਰ ਕੀਤਾ ਸਤਲੁਜ ਤੋਂ। ਸਤਿਗੁਰੂ ਤੁਸੀਂ ਵੀ ਮਲਾਹ ਹੋ, ਤੁਸੀਂ ਵੀ ਜੀਵਾਂ ਨੂੰ ਭਵਜਲ ਸਾਗਰ ਤੋਂ ਤਾਰਨ ਵਾਲੇ ਹੋ। ਮੇਰੇ ਤੇ ਵੀ ਕਿਰਪਾ ਕਰੋ, ਇਸ ਸੈਦੇ ਤੇ ਵੀ ਰਹਿਮਤ ਕਰੋ, ਇਹਦੇ ਤੇ ਵੀ ਕਿਰਪਾ ਕਰਕੇ ਭਵਜਲ ਸਾਗਰ ਤੋਂ ਪਾਰ ਕਰ ਦਿਓ। ਤੁਸੀਂ ਮਲਾਹ ਹੋ ਮਹਾਰਾਜ, ਤੁਸੀਂ ਮੇਰੇ ਤੇ ਵੀ ਕਿਰਪਾ ਕਰਕੇ ਭਵਜਲ ਸਾਗਰ ਤੋਂ ਪਾਰ ਕਰੋ, ਕਿਤੇ ਮੈਂ ਇਸ ਭਵਜਲ ਸਾਗਰ ਸੰਸਾਰ ਵਿੱਚ ਡੁੱਬ ਨਾ ਜਾਵਾਂ। ਤੇ ਮਹਾਰਾਜ ਨੇ ਆਖਿਆ ਸਤਿਗੁਰ ਸਿਉ ਅਲਾਏ, ਬੇੜੇ ਡੁੱਬਣ ਨਾਹੇ ਭਉ। ਜਿਹੜੇ ਸਤਿਗੁਰੂ ਦੇ ਅੱਗੇ ਫਰਿਆਦ ਕਰਦੇ ਨੇ, ਸਤਿਗੁਰੂ ਨੂੰ ਪੁਕਾਰਦੇ ਨੇ, ਉਹ ਫਿਰ ਸਾਗਰ ਦੇ ਵਿੱਚ ਡੁੱਬਣ ਤੋਂ ਬਚ ਜਾਂਦੇ ਨੇ। ਸਤਿਗੁਰੂ ਆਪ ਉਹਨਾਂ ਨੂੰ ਪਾਰ ਲਾ ਦਿੰਦਾ ਹੈ, ਭਵਜਲ ਸਾਗਰ ਤੋਂ ਪਾਰ ਕਰਦਾ ਹੈ। ਇੱਥੇ ਵੀ ਮਹਾਰਾਜ ਨੇ ਕਿਰਪਾ ਕੀਤੀ, ਮਨ ਤਰ ਤਰਬੇ ਹਰ ਨਾਮ ਨੂੰ, ਸਾਗਰ ਲਹਿਰ ਸੰਸਾ ਸੰਸਾਰ, ਗੁਰ ਬੋਹਿਥ ਪਾਰ ਗਰਾਮਨੋ। ਕਹਿੰਦੇ ਗੁਰੂ ਰੂਪ ਬੇੜਾ, ਉਹਦੇ ਵਿੱਚ ਸਵਾਰ ਹੋ ਕੇ ਅਸੀਂ ਭਵਜਲ ਸਾਗਰ ਤੋਂ ਪਾਰ ਹੋ ਸਕਦੇ ਹਾਂ। ਕਲ ਕਾਲਖ ਅੰਧਿਆਰੀਆ, ਕਲ ਕਾਲਖ ਅੰਧਿਆਰੀਆ। ਕਲ ਦਾ ਅਰਥ ਹੈ ਕਲੇਸ਼, ਤੇ ਕਾਲਕ ਸ਼ਬਦ ਜਿਹੜਾ ਮਾਇਆ ਵਾਸਤੇ ਵਰਤਿਆ ਹੈ।
ਅੰਧਿਆਰੀ ਦਾ ਅਰਥ ਹੈ ਹਨੇਰਾ ਪੈਦਾ ਕਰਨ ਵਾਲੀ। ਕਹਿੰਦੇ ਮਨੁੱਖ ਜਿਵੇਂ ਜਿਵੇਂ ਮਾਇਆ ਦੇ ਮੋਹ ਵਿੱਚ ਫਸਦਾ ਜਾਂਦਾ ਹੈ, ਇਹਦੀ ਜ਼ਿੰਦਗੀ ਵਿੱਚ ਕਲੇਸ਼ ਵੱਧਦੇ ਜਾਂਦੇ ਨੇ, ਇਹਦੀ ਜ਼ਿੰਦਗੀ ਵਿੱਚ ਜਿਹੜਾ ਹੈ ਕਾਲਖ ਭਰ ਜਾਂਦੀ ਹੈ, ਇਹਦੀ ਜ਼ਿੰਦਗੀ ਵਿੱਚ ਹਨੇਰਾ ਹੋ ਜਾਂਦਾ ਹੈ, ਇਹਨੂੰ ਕੁਝ ਸੁਝਦਾ ਹੀ ਨਹੀਂ। ਇਸੇ ਕਰਕੇ ਮਹਾਰਾਜ ਨੇ ਆਖਿਆ, ਜਿਨ੍ਹਾਂ ਨੇ ਮਾਇਆ ਨੂੰ ਧਾਰਨ ਕਰ ਲਿਆ, ਮਾਇਆ ਕੋਲ ਹੋਵੇ ਮਾੜੀ ਗੱਲ ਨਹੀਂ ਹੈ, ਮਾਇਆ ਹੋਣੀ ਚਾਹੀਦੀ ਸਾਡੇ ਸਾਰਿਆਂ ਦੇ ਕੋਲ ਹੀ, ਕਿਉਂਕਿ ਜ਼ਰੂਰਤ ਹੈ। ਪਰ ਕਈ ਲੋਕ ਮਾਇਆ ਦੇ ਧਾਰਨੀ ਹੋ ਜਾਂਦੇ ਨੇ, ਮਾਇਆ ਧਾਰੀ ਬਣ ਜਾਂਦੇ ਨੇ। ਉਹਨਾਂ ਦੇ ਪਰਥਾਏ ਬਚਨ ਨੇ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਘਚੋਲਾ। ਕਹਿੰਦੇ ਜਿਹੜੇ ਮਾਇਆ ਧਾਰੀ ਬਣ ਗਏ, ਉਹਨਾਂ ਦੇ ਜੀਵਨ ਵਿੱਚ ਇੰਨੀ ਕਾਲਖ ਭਰ ਗਈ, ਹਨੇਰੇ ਵਾਲਾ ਜੀਵਨ ਉਹਨਾਂ ਦਾ ਬਣ ਗਿਆ, ਉਹਨਾਂ ਨੂੰ ਕੁਝ ਵੀ ਨਹੀਂ ਸੁਝਦਾ। ਤੇ ਸੰਸਾਰ ਦੇ ਵਿੱਚ ਜਿਹਦੇ ਕੋਲ ਬਹੁਤਾ ਧਨ ਹੋਵੇ, ਬਹੁਤੀ ਮਾਇਆ ਆ ਜਾਏ, ਆਪਾਂ ਵੇਖਦੇ ਬਹੁਤੀ ਮਾਇਆ ਆਉਣ ਕਰਕੇ ਮਨੁੱਖ ਕਈ ਵਾਰੀ ਗੁਰੂ ਤੋਂ ਵੀ ਬੇਮੁਖ ਹੋ ਜਾਂਦਾ ਹੈ। ਇੰਨਾ ਹੰਕਾਰ ਹੋ ਜਾਂਦਾ ਹੈ ਕਿ ਮੈਂ ਆਪਣੀ ਸਿਆਣਪ ਨਾਲ, ਚਤਰਾਈਆਂ ਨਾਲ ਇੰਨਾ ਕੁਝ ਪ੍ਰਾਪਤ ਕਰ ਲਿਆ, ਤੇ ਫਿਰ ਜੀਵਨ ਵਿੱਚ ਹਨੇਰਾ ਭਰ ਜਾਂਦਾ ਹੈ, ਮਾਇਆ ਦੀ ਕਾਲਖ ਮਨੁੱਖ ਨੂੰ ਲੱਗ ਜਾਂਦੀ ਹੈ। ਤੇ ਸਤਿਗੁਰੂ ਐਸੇ ਲੋਕਾਂ ਦੇ ਪਰਥਾਏ ਬਾਣੀ ਦੇ ਵਿੱਚ ਵਚਨ ਕਰਦੇ 12 ਤੇ ਵਧੀਕ ਵਿੱਚ, ਲੋਭੀ ਕਾ ਵਿਸਾਹ ਨਾ ਕੀਜੈ ਜੇ ਕਾ ਪਾਰ ਵਸਾਏ। ਕਹਿੰਦੇ ਐਸੇ ਬੰਦੇ ਦਾ ਤੇ ਕਦੇ ਵਿਸਾਹ ਨਹੀਂ ਕਰਨਾ ਚਾਹੀਦਾ ਜਿਹਨੂੰ ਮਾਇਆ ਦੀ ਕਾਲਖ ਲੱਗੀ ਹੋਵੇ। ਉਹ ਕਿਸੇ ਦਾ ਸਕਾ ਨਹੀਂ ਬਣ ਸਕਦਾ। ਮਾਇਆਧਾਰੀ ਬੰਦਾ ਉਹ ਕਿਸੇ ਦਾ ਵੀ ਸਕਾ ਨਹੀਂ ਹੁੰਦਾ, ਗੁਰੂ ਦਾ ਸਕਾ ਵੀ ਨਹੀਂ ਹੁੰਦਾ, ਗੁਰੂ ਤੋਂ ਬੇਮੁਖ ਹੋ ਜਾਂਦਾ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਘਚੋਲਾ। ਕਹਿੰਦੇ ਕਿਸੇ ਦੀ ਗੱਲ ਨਹੀਂ ਸੁਣਦਾ। ਇਸ ਕਰਕੇ ਮਹਾਰਾਜ ਨੇ ਆਖਿਆ, ਲੋਭੀ ਕਾ ਵਿਸਾਹ ਨਾ ਕੀਜੇ ਜੇ ਕਾ ਪਾਰ ਵਸਾਏ। ਅੰਤ ਕਾਲ ਤਿੱਥੈ ਤੁਹੈ ਜਿੱਥੇ ਹੱਥ ਨਾ ਪਾਏ। ਮਨਮੁਖ ਸੇਤੀ ਸੰਗ ਕਰੇ, ਮੂੰਹ ਕਾਲਖ ਦਾਗ ਲਗਾਏ। ਮੂੰਹ ਕਾਲੇ ਤਿਨ ਲੋਭੀਆਂ, ਜਾਸਨ ਪੱਤ ਗਵਾਏ। ਕਹਿੰਦੇ ਐਸੇ ਬੰਦਿਆਂ ਦਾ ਵਿਸਾਹ ਨਾ ਕਰੋ। ਉਹਨਾਂ ਨੇ ਆਪਣਾ ਸਵਾਰਥ ਹੱਲ ਕਰਕੇ ਮੁੜ ਕੇ ਤੁਹਾਡੀ ਖਬਰ ਨਹੀਂ ਲੈਣੀ। ਤੁਹਾਡੀ ਜ਼ਿੰਦਗੀ ਵਿੱਚ ਵੀ ਐਸੇ ਬੰਦਿਆਂ ਨਾਲ ਵਾਹ ਵਾਸਤਾ ਪਿਆ ਹੋਵੇਗਾ, ਜਿਨ੍ਹਾਂ ਨੇ ਆਪਣਾ ਸਵਾਰਥ ਹੱਲ ਕਰ ਲਿਆ ਤੇ ਮੁੜ ਕੇ ਤੁਹਾਡਾ ਕਦੇ ਉਹਨਾਂ ਨੇ ਵਾਹ ਵਾਸਤਾ ਨਹੀਂ ਪੁੱਛਿਆ, ਕਦੇ ਤੁਹਾਡਾ ਫੋਨ ਤੱਕ ਅਟੈਂਡ ਨਹੀਂ ਕੀਤਾ। ਇਹੋ ਜਿਹੇ ਬੰਦੇ ਤੇ ਲੋਭੀ ਬੰਦਾ, ਉਹਦੇ ਅੰਦਰ ਜਦੋਂ ਲੋਭ ਦੀ ਲਹਿਰ ਪੈਦਾ ਹੁੰਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਜਿਵੇਂ ਹਲਕਾ ਕੁੱਤਾ ਹੈ ਨਾ, ਇਹੋ ਜੀ ਉਹਦੀ ਵੀ ਹਾਲਤ ਬਣ ਜਾਂਦੀ ਹੈ। ਲੋਭ ਲਹਿਰ ਜੋ ਸਵਾਨ ਹਲਕ ਹੈ, ਹਲਕਿਓ ਸਭੇ ਬਿਗਾਰੇ। ਹਲਕੇ ਕੁੱਤੇ ਵਾਲੀ ਹਾਲਤ ਲੋਭੀ ਬੰਦੇ ਦੀ। ਇੱਥੇ ਵੀ ਮਹਾਰਾਜ ਕਹਿੰਦੇ ਨੇ ਇਹ ਕਾਲਖ ਜਿਹੜੀ ਹੈ, ਇਹਨੂੰ ਦੂਰ ਕਰਨ ਵਾਸਤੇ, ਇਸ ਮਾਇਆ ਦੇ ਮੋਹ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਗੁਰ ਗਿਆਨ ਦੀਪਕ ਉਜਿਆਰੀਆ। ਕਹਿੰਦੇ ਗੁਰੂ ਦੇ ਗਿਆਨ ਦਾ ਦੀਵਾ ਅੰਦਰ ਜਗਾਉਣਾ ਪਵੇਗਾ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਿਵੇਂ ਘਰ ਦੇ ਵਿੱਚ ਹਨੇਰਾ ਹੋਵੇ ਤੇ ਹਨੇਰੇ ਵਿੱਚ ਕੋਈ ਵੀ ਚੀਜ਼ ਨਜ਼ਰ ਨਹੀਂ ਆਉਂਦੀ, ਅਸੀਂ ਸਭ ਤੋਂ ਪਹਿਲਾ ਕੰਮ ਕੀ ਕਰਦੇ? ਜਾ ਕੇ ਚਾਨਣ ਕਰਦੇ, ਦੀਵਾ ਜਗਾਉਣੇ ਹੈ। ਤੇ ਸਤਿਗੁਰੂ ਕਹਿਣ ਲੱਗੇ, ਮਨੁੱਖ ਤੇਰੀ ਜ਼ਿੰਦਗੀ ਵਿੱਚ ਵੀ ਮਾਇਆ ਦੀ ਕਾਲਖ ਐਸੀ ਲੱਗੀ ਹੋਈ, ਅੰਦਰ ਹਨੇਰਾ ਹੀ ਹੋਇਆ ਪਿਆ, ਤੇ ਜਿੰਨੀ ਦੇਰ ਤੂੰ ਗੁਰੂ ਦੇ ਸ਼ਬਦ ਦਾ ਦੀਵਾ ਨਹੀਂ ਜਗਾਏਗਾ, ਗੁਰ ਕਾ ਸ਼ਬਦ ਕਰ ਦੀਪਕੋ ਸਤ ਕੀ ਸੇਜ ਵਿਛਾਏ। ਕਹਿੰਦੇ ਜਿੰਨੀ ਦੇਰ ਗੁਰੂ ਦੇ ਸ਼ਬਦ ਦਾ ਦੀਵਾ ਅੰਦਰ ਨਹੀਂ ਜਗਾਉਂਦਾ ਤੂੰ, ਓਨੀ ਦੇਰ ਅਗਿਆਨਤਾ ਦਾ ਹਨੇਰਾ, ਮਾਇਆ ਦੀ ਕਾਲਖ ਨਹੀਂ ਮਿਟ ਸਕਦੀ। ਗੁਰੂ ਦਾ ਸ਼ਬਦ ਦਾ ਦੀਪਕ ਜਿਹੜਾ ਹੈ, ਗਿਆਨ ਦਾ ਦੀਵਾ ਜਿਹੜਾ ਹੈ, ਉਹ ਅੰਦਰ ਜਗਾਉਣਾ ਸੀ। ਪਰ ਮਾਫ ਕਰਿਓ, ਅਸੀਂ ਆਪਣੇ ਅੰਦਰ ਗੁਰੂ ਦੇ ਗਿਆਨ ਦਾ ਦੀਵਾ ਜਗਾਉਣ ਦੀ ਥਾਵੇਂ ਅਸੀਂ ਗੁਰਬਾਣੀ ਦਾ ਪਾਠ ਪਠਨ ਕੀਤਾ ਤੇ ਸਤਿਗੁਰੂ ਦੇ ਕੋਲ ਹੀ ਜੋਤਾਂ ਜਗਾ ਜਗਾ ਕੇ ਰੱਖ ਛੱਡੀਆਂ।
ਗੁਰੂ ਤੇ ਆਪ ਜਾਗਤ ਜੋਤ ਹੈ। ਇਹ ਜੋਤ ਅਸੀਂ ਆਪਣੇ ਅੰਦਰ ਜਗਾਉਣੀ ਸੀ ਤਾਂ ਕਿ ਸਾਡੇ ਅੰਦਰੋਂ ਅਗਿਆਨਤਾ ਤੇ ਮਾਇਆ ਦਾ ਹਨੇਰਾ ਮਿਟ ਸਕੇ। ਬਿਖ ਬਿਖਿਆ ਪਸਰੀ ਅਤ ਘਣੀ, ਬਿਖ ਕਹਿੰਦੇ ਨੇ ਜ਼ਹਿਰ ਨੂੰ, ਪਸਰੀ ਦਾ ਅਰਥ ਹੈ ਪਸਾਰਾ, ਜ਼ਹਿਰ ਦਾ ਹਰ ਪਾਸੇ। ਹੁਣ ਮਾਇਆ ਦੇ ਮੋਹ ਵਿੱਚ ਫਸਿਆ ਬੰਦਾ ਨਾਸ਼ਵਾਨ ਪਦਾਰਥਾਂ ਨੂੰ ਇਕੱਠੇ ਕਰੀ ਜਾਂਦਾ ਹੈ, ਪਰਾਇਆ ਹੱਕ ਮਾਰ ਮਾਰ ਕੇ ਲੁੱਟੀ ਜਾਂਦਾ ਹੈ। ਸਤਿਗੁਰੂ ਕਹਿੰਦੇ ਤੂੰ ਸਾਰਾ ਜ਼ਹਿਰ ਇਕੱਠਾ ਕਰ ਰਿਹਾ ਹੈ। ਜ਼ਹਿਰ, ਇਸ ਜ਼ਹਿਰ ਦੇ ਕਰਕੇ ਤੇਰਾ ਨੁਕਸਾਨ ਹੋਏਗਾ, ਕਿਉਂਕਿ ਜ਼ਹਿਰ ਨੂੰ ਚੱਖਾਂਗੇ ਤੇ ਮੌਤ ਲਾਜ਼ਮੀ ਹੈ। ਮੋਹਰਾ ਹੋਵੇ ਹੱਥ ਮਰੀਏ ਚੱਖੀਏ, ਚੱਖਾਂਗੇ ਤੇ ਮੌਤ ਹੈ। ਇਸੇ ਤਰ੍ਹਾਂ ਮਾਇਆ ਦੇ ਮੋਹ ਦੇ ਅੰਦਰ ਫਸਿਆ ਬੰਦਾ ਜਦੋਂ ਲੋਭੀ ਹੋ ਜਾਂਦਾ ਹੈ, ਪਰਾਇਆ ਹੱਕ ਮਾਰਦਾ ਹੈ, ਲੁੱਟ ਮਾਰ ਕਰਨੀ ਸ਼ੁਰੂ ਕਰ ਦਿੰਦਾ ਹੈ। ਸਾਹਿਬ ਕਹਿੰਦੇ ਉਹ ਜ਼ਹਿਰ ਇਕੱਠਾ ਕਰ ਰਿਹਾ ਹੈ। ਇਸ ਵਿਖਿਆ ਦੇ ਵਿੱਚ ਫਸੇ ਹੋਏ ਬੰਦੇ ਨੂੰ ਕੁਝ ਸੁਝਦਾ ਨਹੀਂ। ਪਹਿਲਾਂ ਪਹਿਲ ਸਾਰਾ ਕੁਝ ਬੜਾ ਮਿੱਠਾ ਲੱਗਦਾ ਹੈ, ਪਰ ਜਦੋਂ ਸਮਝ ਆਉਂਦੀ ਹੈ ਉਦੋਂ ਵੇਲਾ ਲੰਘ ਚੁੱਕਾ ਹੁੰਦਾ, ਫਿਰ ਬੰਦਾ ਪਛਤਾਉਂਦਾ ਹੈ। ਬਿਖ ਬਿਖਿਆ ਪਸਰੀ ਅਤ ਘਣੀ, ਉਬਰੇ ਜਪ ਜਪ ਹਰ ਗੁਣੀ। ਕਹਿੰਦੇ ਇਸ ਵਿਖਿਆ ਦੇ ਜ਼ਹਿਰ ਤੋਂ ਉਹੀ ਬਚ ਸਕਦੇ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਵਿੱਚ ਜੁੜੇ ਹੋਏ ਨੇ, ਜਿਹੜੇ ਉਹਦੇ ਗੁਣ ਗਾਉਂਦੇ ਨੇ, ਉਹਨੂੰ ਜਪਦੇ ਨੇ, ਉਹਦੀ ਯਾਦ ਵਿੱਚ ਜੁੜੇ ਹੋਏ ਨੇ। ਉਹੀ ਇਸ ਜ਼ਹਿਰ ਤੋਂ ਮੁਕਤ ਹੋ ਸਕਦੇ ਹਨ। ਆਖਰੀ ਬੰਦ ਦੇ ਅੰਦਰ ਹਜੂਰ ਨੇ ਕਿਰਪਾ ਕੀਤੀ, ਮਤ ਵਾਰੋ ਮਾਇਆ ਸੋਇਆ। ਮਤ ਵਾਰੋ ਦਾ ਅਰਥ ਹੈ ਮਸਤ ਹੋ ਕੇ ਸੌ ਜਾਣਾ। ਇਹ ਮਸਤੀ ਕਾਹਦੀ ਹੈ? ਸਾਹਿਬ ਕਹਿੰਦੇ ਮਾਇਆ ਦਾ ਨਸ਼ਾ ਚੜਿਆ ਬੰਦੇ ਨੂੰ। ਮਾਇਆ ਦੇ ਨਸ਼ੇ ਵਿੱਚ ਮਸਤ ਹੋ ਕੇ ਬੰਦਾ ਸੁੱਤਾ ਹੋਇਆ ਹੈ, ਤੇ ਜਿਹੜਾ ਬੰਦਾ ਬਹੁਤ ਗੂੜੀ ਨੀਂਦ ਘੂਕ ਸੌ ਜਾਏ ਉਹਨੂੰ ਨਹੀਂ ਪਤਾ ਰਹਿੰਦਾ ਵੀ ਮੇਰਾ ਘਰ ਵੀ ਲੁੱਟਿਆ ਜਾ ਰਿਹਾ ਹੈ। ਮਾਇਆ ਦੇ ਨਸ਼ੇ ਵਿੱਚ ਮਸਤ ਹੋ ਕੇ ਬੰਦਾ ਸੁੱਤਾ ਹੈ, ਇਹਨੂੰ ਕੋਈ ਪਤਾ ਨਹੀਂ ਮੇਰੇ ਨਾਲ ਕੀ ਹੋ ਰਿਹਾ ਹੈ, ਮੇਰਾ ਘਰ ਲੁੱਟਿਆ ਜਾ ਰਿਹਾ ਹੈ। ਤੇ ਸਤਿਗੁਰੂ ਕਹਿਣ ਲੱਗੇ ਜੇ ਭਾਈ ਤੂੰ ਇਉਂ ਹੀ ਸੁੱਤਾ ਰਿਹਾ ਤੇ ਫਿਰ ਕੁਝ ਵੀ ਨਹੀਂ ਬਚੇਗਾ। ਇਸ ਕਰਕੇ ਜਾਗ। ਤੇ ਗੁਰੂ ਸਾਨੂੰ ਜਗਾਉਂਦੇ ਨੇ ਵਾਰ-ਵਾਰ। ਤੇ ਜਿਹੜਾ ਬੰਦਾ ਗੂੜੀ ਨੀਂਦ ਸੁੱਤਾ ਹੋਵੇ ਨਾ, ਉਹਨੂੰ ਜਗਾਈਏ ਤੇ ਉਹ ਛੇਤੀ ਜਾਗਦਾ ਨਹੀਂ। ਇਸ ਕਰਕੇ ਵਾਰ-ਵਾਰ ਯਤਨ ਕਰਨਾ ਪੈਂਦਾ ਹੈ। ਤੇ ਸਤਿਗੁਰੂ ਵੀ ਵਾਰ-ਵਾਰ ਜਗਾਉਂਦੇ ਨੇ, ਜਾਗ ਲੈ ਰੇ ਮਨਾ ਜਾਗ ਲੈ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਵਾਰ-ਵਾਰ ਮਹਾਰਾਜ ਜਗਾਉਂਦੇ ਨੇ, ਵਾਰ-ਵਾਰ ਸੁਚੇਤ ਕਰਦੇ ਨੇ। ਤੇ ਮਹਾਰਾਜ ਕਹਿੰਦੇ ਮਤਵਾਰੋ ਮਾਇਆ ਸੋਇਆ, ਗੁਰ ਭੇਟਤ ਭ੍ਰਮ ਪਉ ਖੋਇਆ। ਜਿਹਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਮਾਇਆ ਦੀ ਨੀਂਦ ਵਿੱਚੋਂ ਜਾਗ ਪੈਂਦਾ ਹੈ ਤੇ ਪੂਰੇ ਗੁਰੂ ਨੂੰ ਮਿਲ ਕੇ ਗੁਰ ਭੇਟਤ ਭ੍ਰਮ ਭਉ ਖੋਇਆ। ਉਹਦੇ ਅੰਦਰੋਂ ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਨੇ। ਉਹਨੂੰ ਸਮਝ ਆ ਜਾਂਦੀ ਹੈ ਕਿ ਇਹ ਧਨ ਪਦਾਰਥ, ਇਹ ਮਾਇਆ ਜ਼ਿੰਦਗੀ ਜਿਉਣ ਦਾ ਇੱਕ ਵਸੀਲਾ ਹੈ, ਇਹ ਜ਼ਿੰਦਗੀ ਦਾ ਮਨੋਰਥ ਨਹੀਂ। ਇੱਕ ਵਸੀਲਾ ਜ਼ਿੰਦਗੀ ਨੂੰ ਜਿਉਣ ਦਾ, ਜ਼ਿੰਦਗੀ ਦਾ ਅਸਲ ਮਕਸਦ ਜਿਹੜਾ ਹੈ ਉਹਨੂੰ ਫਿਰ ਸਮਝ ਵਿੱਚ ਆ ਜਾਂਦਾ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਉਹਨੂੰ ਸਮਝ ਆ ਜਾਂਦੀ ਏ ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਕਹੋ ਨਾਨਕ ਏਕ ਧਿਆਇਆ। ਗੁਰੂ ਦੀ ਕਿਰਪਾ ਸਦਕਾ ਫਿਰ ਉਹ ਮਾਇਆ ਦੀ ਨੀਂਦ ਵਿੱਚੋਂ ਜਾਗ ਕੇ ਏਕ ਧਿਆਇਆ, ਇੱਕ ਨਿਰੰਕਾਰ ਦੀ ਉਸਤਤ ਵਿੱਚ ਜੁੜ ਜਾਂਦਾ ਹੈ, ਬੰਦਗੀ ਵਿੱਚ ਜੁੜ ਜਾਂਦਾ ਹੈ, ਉਹਦੇ ਸ਼ੁਕਰਾਨੇ ਵਿੱਚ ਜੁੜ ਜਾਂਦਾ ਹੈ। ਤੇ ਉਹਦੀ ਕਿਰਪਾ ਦੇ ਸਦਕਾ ਫਿਰ ਘਟ ਘਟ ਨਦਰੀ ਆਇਆ। ਉਹਨੂੰ ਵਾਹਿਗੁਰੂ ਨਿਰੰਕਾਰ ਸਾਰੇ ਘਟਾਂ ਦੇ ਵਿੱਚੋਂ ਨਜ਼ਰੀ ਆਉਣ ਲੱਗ ਪੈਂਦਾ ਹੈ। ਸਾਰੀਆਂ ਥਾਵਾਂ ਤੇ ਵਾਹਿਗੁਰੂ ਪਰਮੇਸ਼ਰ ਉਹਨੂੰ ਨਜ਼ਰ ਆਉਂਦਾ ਹੈ। ਤੇ ਸਾਧ ਸੰਗਤ
जिस मनुख दी इहो जी दृष्टि बन गई, जिन्हों सारिया थावां ते निरंकार परमेश्वर नज़र आया, वो कदे भी किसी नाल वितकरा नहीं करता, कदे भी किसी नाल धक्का नहीं करेगा, कदे भी जबर नहीं करेगा। उन्होंने समझ आ जाएगी कि सारियां दे विच ही निरंकार दा वासा है, सारियां दे विच ही एक परमेश्वर आप रमिया होया है। ते बाबा फरीद साहब दे बड़े प्यारे बचन ने। बाबा फरीद साहब कहन लगे, जे तू प्यारे प्रभु नूं मिलन दी तांग रखदा है तां एक गल दा ख्याल करी, सारियां दे अंदर वो आप ही बैठा होया है, सारियां दे हिरदे विच वो आप ही वस रहा है। ते एक गल दा ख्याल कर लई, कदे भी किसी मनुख दा दिल ना दुखावी, क्योंकि सारियां विच वो आप ही रहिंदा है। कदे भी किसी नूं फिक्का ना बोली, सारियां विच आप ही रहिंदा है। कदे भी किसी नाल धोखा ना करी, सारियां विच आप ही बैठा होया है। तू किसी मनुख नाल धोखा नहीं कर रहा, रब नाल धोखा कर रहा है। ते जिहदे नाल धोखा करदा है वो मनुख ने तेरे ते विश्वास किया, पर तू धोखा किया। इस करके जदों धोखा करदे आ, मता ये सोचिए कि मैं उस बंदे नूं मूर्ख बना दिता, नहीं, ये सोचिए कि उन्हें तेरे ते किड्डा वड्डा विश्वास किया है। ते बचन ने बाणी दे, जब आने बलवंच कर झूठ तब जाने जग जितिया। कहते जदों छल कपट करके झूठ मार के ठगी नाल धोखे नाल फरेब नाल कुछ प्राप्त कर लैंदा बंदा, ते सोचदा मैं अज सारा जग ही जित लिया है, मैं अज सारी दुनिया जित लई है। पर हजूर ने आख्या इस तरह कीतियां ये जिंदगी सफल नहीं होनी। उभरे जप जप हर गुणी, जे तू परमेश्वर की बंदगी में जुड़े तो तां ही तेरा उधार हो सकता। कहो नानक एक ध्याया घट घट नदरी आया। जिन्हां ने एक अकाल पुरख परमेश्वर की बंदगी की, उन्होंने सारे घटां विचों वाहिगुरू परमेश्वर निरंकार नज़र आउण लग पिया। सतगुरु रहमत करन, असीं इस भवजल सागर दे विच जिथे संसे फिकरां दीयां लहरां ने इत्थे फसे होए आ। असीं भी गुरु दे भै विच रह के गुरु रूप बेड़े विच सवार हो के इस भवजल सागर तो पार होना है। ते महाराज कहंदे जिहड़े माया दे मोह विच सुते होए ने, जेता मोह प्रीत स्वाद सभा कालख दागा दाग, दाग दोष मुँह चलिया लाए, दरगाह बैसण नाही जाए। उन्होंने दरगाह विच ढोई नहीं। पर अगले बचन आपां पढ़दे, जिन्नी नाम ध्याया गए मशक्कत घाल, नानक ते मुख उजले केती छुट्टी नाल। जिन्हां ने नाम ध्याया, गुरु दी दसी कार कमाई, उजले मुख लैके संसार तो जाते ने। सतगुरु दे चरनां विच भी ये अरदास करिए, गुरा एक दे बुझाई सबना जियां का एक दाता, सो मैं विसर ना जाई। इनियां बेनतियां प्रवान करनियां। शब्द दी विचार करदे हां, इतिहास ते विचार करदे हां, एक नहीं अनेक भुल्लां हो जांदियां ने। समरथ सतगुरु अते संगत बख्शण योग है, बख्श लेना जी। गज के फतेह बुलाओ। वाहिगुरु जी का खालसा, वाहिगुरु जी की फतेह। वाहिगुरु